ਦੇਖੋ ਉਹਨਾਂ ਦਾ ਰਾਜ ਜਾ ਰਿਹਾ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਪਬਲਿਕ ਹੈ ਜਿਹੜੀ ਜੇ ਰਾਜ ਤੇ ਬਿਠਾ ਵੀ ਸਕਦੀ ਹੈ ਤਾਂ ਇਹ ਤਾਰ ਵੀ ਸਕਦੀ ਹੈ। ਹੁਣ ਮੂਹਰੇ ਯੂਪੀ ਦੀ ਇਲੈਕਸ਼ਨ ਵੀ ਆ ਰਹੀ ਹੈ, ਇਸ ਕਰਕੇ ਵੀ ਜੋ ਰਿਟਰਨ ਹੀ ਲਿਖਤੀ ਰੂਪ ਦੇ ਵਿੱਚ ਦੇਣ। ਹਲੇ ਤੱਕ ਕਿਹਾ ਹੀ ਹੈ ਨਾ, ਵਾਪਸੀ ਦੀ ਐਦਾਂ ਨਹੀਂ ਤਿਆਰੀ ਹੋਊਗੀ। 3 ਖੇਤੀ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਤਾਂ ਕਰਨੇ ਨੇ, ਜਿਹੜੇ ਮਤੇ ਪਵਾਉਣੇ ਆ। ਗੁਰੂ ਸਾਹਿਬ ਦੀ ਬੇਅਦਬੀ ਦਾ 2001 ਤੋਂ ਲੈ ਕੇ ਪਹਿਲਾਂ ਮਤਾ ਕਲੀਅਰ ਕੀਤਾ ਹੋਇਆ ਸਾਰੇ ਸੰਸਾਰ ਨੂੰ। ਉਹਦੇ 'ਚ ਹੁਣ ਪਤਾ ਲੱਗੂਗਾ ਨਾ ਵੀ ਕਿੰਨੇ ਜ਼ਮੀਨ ਵਾਲੇ ਨੇ ਤੇ ਕਿੰਨੇ ਗੁਰੂ ਵਾਲੇ ਨੇ, ਉਹ ਵੀ ਪਤਾ ਲੱਗੂਗਾ ਨਾ। ਹੁਣ ਸੱਚ ਝੂਠ ਦਾ ਪਤਾ ਲੱਗ ਜੂਗਾ ਸਾਰਾ ਹੁਣ। ਕਿਉਂ ਸਾਡੇ ਲਈ ਪਹਿਲਾਂ ਗੁਰੂ ਸਾਹਿਬ ਨੇ, ਫਿਰ ਜ਼ਮੀਨ ਹੈ। ਤੇ ਜੋ ਅਸੀਂ ਪਹਿਲਾਂ ਸਾਰਾ ਸੰਸਾਰ ਨੂੰ ਕਲੀਅਰ, ਸੰਗਤ ਨੂੰ ਕਲੀਅਰ ਕੀਤਾ, ਸਾਧੂ ਸਮਾਜ ਨੂੰ ਕਲੀਅਰ ਕੀਤਾ, ਪੂਰੇ ਵਰਲਡ ਦੇ ਵਿੱਚ ਸਾਰਾ ਕਲੀਅਰ ਕਰਿਆ ਸੀ ਵੀ ਭਾਈ ਵੀ ਇਹ ਗੁਰੂ ਦਾ, ਉਹ ਸਾਰੇ ਸੰਸਾਰ ਦਾ। ਕਿਉਂ ਜਿਹੜੀ ਰਾਜਨੀਤੀ ਆ ਹਮੇਸ਼ਾ ਗੁਰੂ ਨੂੰ ਲੈ ਕੇ ਹੋਈ ਆ, ਜਦੋਂ ਵੀ ਹੋਈ ਆ। 2001 ਤੋਂ ਲੈ ਕੇ ਆ ਦੇਖ ਲਓ 22 ਹੋ ਗਿਆ। ਹੁਣ ਤਕੜੇ ਹੋ ਕੇ ਇਹ ਬਿੱਲ ਨੇ ਜਿਹੜੇ, ਇਹ ਤਾਂ ਰੱਦ ਹੋ ਹੀ ਗਏ। ਇਹਨੇ ਕਹਿ ਹੀ ਦਿੱਤਾ ਕਲੀਅਰ, ਉਹਦਾ ਲਿਖ ਕੇ ਰਿਟਰਨ ਲਿਖਤੀ ਰੂਪ 'ਚ ਲੈਣ ਇਹ ਸਾਰੇ। ਤੇ ਬੇਅਦਬੀ ਵਾਲੇ ਮਤੇ ਪਾ ਕੇ ਦੇਣ, ਕਾਨੂੰਨ ਬਣਾਉਣ ਵੀ ਉਹਨੂੰ ਫਾਂਸੀ ਦੀ ਸਜ਼ਾ ਅਸੀਂ ਦੇਵਾਂਗੇ। ਜਿਹੜਾ ਗੁਰੂ ਸਾਹਿਬ ਦੇ ਗਲੀਆਂ 'ਚ ਅੰਗ ਰੋਲਦੇ ਆ ਜਿੰਨੇ ਵੀ, ਇੱਥੋਂ ਚੱਲਦੀ ਆ ਨਾ ਗੱਲ, ਸੈਂਟਰ 'ਚੋਂ ਚੱਲਦੀ ਹੈ। ਪੰਜਾਬ ਸਰਕਾਰ ਤਾਂ ਹੈਗੀ ਹੈ, ਪੰਜਾਬ ਦਾ ਦੋਸ਼ੀ ਨੇ। ਹੁਣ ਕੋਈ ਉੱਪਰੋਂ ਆ ਕੇ ਕਿਸੇ ਨੇ ਥੋੜ੍ਹਾ ਕੀਤੀ ਹੈ ਬੇਅਦਬੀ। ਮਸਲ ਲੈ ਕੇ ਕੋਈ ਐਪਲੀਕੇਸ਼ਨ ਪਹਿਲਾਂ ਦਿੱਤੀ ਹੈ ਤੁਸੀਂ? ਹਾਂਜੀ ਦਿੱਤੀਆਂ ਹੋਈਆਂ ਨੇ। ਉਹ ਸਾਰੀਆਂ ਜਿਵੇਂ ਕਾਨੂੰਨੀ ਤਰੀਕਾ ਉਹਦੇ ਹਿਸਾਬ ਨਾਲ ਸਾਰਾ ਲੜਾਂਗੇ, ਕਲੀਅਰ ਕੀਤਾ ਹੋਇਆ ਪਹਿਲਾਂ। ਕਿਸਾਨ ਆਗੂਆਂ ਨਾਲ ਵੀ ਗੱਲਬਾਤ ਕਰੋਗੇ ਇਸ ਮਸਲੇ ਤੁਸੀਂ? ਕਿਸਾਨ ਆਗੂ ਤੱਕ ਕਾਨੂੰਨੀ ਲੜਾਈ ਲੜ ਰਹੇ ਨੇ ਜ਼ਮੀਨ ਦੀ। ਇਹ ਸੰਗਤ ਹੈ, ਇਹ ਸੰਗਤ ਨੇ ਫੈਸਲਾ ਕਰਨਾ ਹੈ। ਸੰਗਤ ਨੇ ਫੈਸਲਾ ਕਰਨਾ ਨਾ, ਇਸ ਕਰਕੇ ਵੀ ਜੇ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਵੀ ਸਾਡੇ ਲਈ ਖੜੋ, ਪਰ ਅਸੀਂ ਸੰਸਾਰ ਨੂੰ ਕਲੀਅਰ ਕਰਦੇ ਹਾਂ ਵੀ ਉਹ ਜਿਹੜਾ ਮਸਲਾ ਹੈ, ਇਹ ਮਤਾ ਬਿੱਲ ਅਸੀਂ ਮਤਾ ਪਵਾਉਣਾ ਇਹ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਲਗਾਤਾਰ ਲੰਬੇ ਸਮੇਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਮੁਆਫੀ ਵੀ ਮੰਗੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਉਹ ਪਵਿੱਤਰ ਦਿਹਾੜੇ ਤੇ ਇਹ ਐਲਾਨ ਕਰਦੇ ਨੇ ਕਿ ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣਗੇ। ਬਹੁਤ ਜਲਦੀ ਸੈਸ਼ਨ ਬੁਲਾਇਆ ਜਾਏਗਾ ਜਿਸ ਦੇ ਵਿੱਚ ਇਹ ਕਲੀਅਰ ਕਰ ਦਿੱਤਾ ਜਾਏਗਾ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਭ ਕੁਝ ਕਲੀਅਰ ਕਰ ਦਿੱਤਾ, ਪਰ ਬਾਬਾ ਅਮਨ ਸਿੰਘ ਕੀ ਕਹਿੰਦੇ ਨੇ, ਇਹਨਾਂ ਦਾ ਕੀ ਕਹਿਣਾ, ਕਿਉਂਕਿ ਇਹ ਵੀ ਮੋਰਚੇ 'ਚ ਲੰਬੇ ਸਮੇਂ ਤੋਂ ਡਟ ਕੇ ਬੈਠੇ ਨੇ। ਗੱਲਬਾਤ ਕਰਾਂਗੇ। ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਵਿਵਾਦ ਹੋਏ, ਚਰਚਾਵਾਂ ਹੋਈਆਂ, ਪਰ ਇਹਨਾਂ ਦਾ ਹੁਣ ਕੀ ਕਹਿਣਾ ਹੈ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਤੋਂ ਬਾਅਦ। ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਕਿਸ ਤਰ੍ਹਾਂ ਦੇਖਦੇ ਹੋ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਐਲਾਨ ਕੀਤਾ ਕਿ ਖੇਤੀਬਾੜੀ ਕਾਨੂੰਨ ਵਾਪਸ ਹੋ ਰਹੇ ਨੇ? ਬਿਲਕੁਲ ਬਹੁਤ ਚੜ੍ਹਦੀ ਕਲਾ ਹੋਈ ਆ, ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ। ਹੰਕਾਰ ਉਹਦਾ ਤੋੜਤਾ ਮਾਰੇ ਨੇ, ਮੰਨ ਗਿਆ। ਅੱਜ ਬਹੁਤ ਸਾਰੇ ਦਿਨ ਤਿਉਹਾਰ ਹੋਰ ਵੀ ਗੁਜ਼ਰੇ ਨੇ, ਅੱਜ ਦਾ ਦਿਨ ਕਿਉਂ ਦੇਖਿਆ ਜਾਵੇ ਤਾਂ ਕਿਉਂਕਿ ਨਾਲ ਹੀ ਉਹਨਾਂ ਨੇ ਮੁਆਫੀ ਵੀ ਮੰਗੀ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਹਿਸੂਸ ਹੋਇਆ, ਮਾਫੀ ਮੰਗਦੇ ਨੇ। ਉਹ ਕਹਿੰਦੇ ਕਿ ਸਾਰੀ ਦੁਨੀਆ ਤੋਂ ਕਿਸਾਨਾਂ ਦੇ ਕੋਲੋਂ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਰੱਦ ਕਰਨ ਦਾ ਐਲਾਨ ਕਰਦੇ ਹਾਂ। ਦੇਖੋ ਉਹਨਾਂ ਦਾ ਰਾਜ ਜਾ ਰਿਹਾ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਪਬਲਿਕ ਹੈ ਜਿਹੜੀ ਜੇ ਰਾਜ ਤੇ ਬਿਠਾ ਵੀ ਸਕਦੀ ਹੈ ਤਾਂ ਇਹ ਤਾਰ ਵੀ ਸਕਦੀ ਹੈ। ਹੁਣ ਮੂਹਰੇ ਯੂਪੀ ਦੀ ਇਲੈਕਸ਼ਨ ਵੀ ਆ ਰਹੀ ਹੈ, ਇਸ ਕਰਕੇ ਵੀ ਜੋ ਰਿਟਰਨ ਹੀ ਲਿਖਤੀ ਰੂਪ ਦੇ ਵਿੱਚ ਦੇਣ। ਹਲੇ ਤੱਕ ਕਿਹਾ ਹੀ ਹੈ ਨਾ, ਅੱਗੇ ਵੇਖਦੇ ਹਾਂ ਕੀ ਹੋ ਰਿਹਾ। ਹੁਣ ਰੱਦ ਹੋ ਜਾਂਦੇ ਤਾਂ ਫਿਰ ਵਾਪਸੀ ਦੀ ਤਿਆਰੀ ਹੋਊਗੀ। ਵਾਪਸੀ ਦੀ ਐਦਾਂ ਨਹੀਂ ਤਿਆਰੀ ਹੋਊਗੀ। ਜੋ 3 ਖੇਤੀ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਤਾਂ ਕਰਨੇ ਨੇ, ਜਿਹੜੇ ਮਤੇ ਪਵਾਉਣੇ ਆ। ਗੁਰੂ ਸਾਹਿਬ ਦੀ ਬੇਅਦਬੀ ਦਾ 2001 ਤੋਂ ਲੈ ਕੇ ਪਹਿਲਾਂ ਮਤਾ ਕਲੀਅਰ ਕੀਤਾ ਹੋਇਆ ਸਾਰੇ ਸੰਸਾਰ ਨੂੰ। ਉਹਦੇ 'ਚ ਹੁਣ ਪਤਾ ਲੱਗੂਗਾ ਨਾ ਵੀ ਕਿੰਨੇ ਜ਼ਮੀਨ ਵਾਲੇ ਨੇ ਤੇ ਕਿੰਨੇ ਗੁਰੂ ਵਾਲੇ ਨੇ, ਉਹ ਵੀ ਪਤਾ ਲੱਗੂਗਾ ਨਾ। ਹੁਣ ਸਾਰਾ ਸੱਚ ਝੂਠ ਦਾ ਪਤਾ ਲੱਗ ਜੂਗਾ ਸਾਰਾ ਹੁਣ। ਕਿਉਂ ਸਾਡੇ ਲਈ ਪਹਿਲਾਂ ਗੁਰੂ ਸਾਹਿਬ ਨੇ, ਫਿਰ ਜ਼ਮੀਨ ਹੈ। ਤੇ ਜੋ ਅਸੀਂ ਪਹਿਲਾਂ ਸਾਰਾ ਸੰਸਾਰ ਨੂੰ ਕਲੀਅਰ, ਸੰਗਤ ਨੂੰ ਕਲੀਅਰ ਕੀਤਾ, ਸਾਧੂ ਸਮਾਜ ਨੂੰ ਕਲੀਅਰ ਕੀਤਾ, ਪੂਰੇ ਵਰਲਡ ਦੇ ਵਿੱਚ ਸਾਰਾ ਕਲੀਅਰ ਕਰਿਆ ਸੀ ਵੀ ਭਾਈ ਵੀ ਇਹ ਗੁਰੂ ਦਾ, ਉਹ ਸਾਰੇ ਸੰਸਾਰ ਦਾ ਹੈ। ਕਿਉਂ ਜਿਹੜੀ ਰਾਜਨੀਤੀ ਆ ਹਮੇਸ਼ਾ ਗੁਰੂ ਨੂੰ ਲੈ ਕੇ ਹੋਈ ਆ, ਜਦੋਂ ਵੀ ਹੋਈ ਆ। 2001 ਤੋਂ ਲੈ ਕੇ ਆ ਦੇਖ ਲਓ 22 ਹੋ ਗਿਆ। ਤੇ ਹੁਣ ਤਕੜੇ ਹੋ ਕੇ ਇਹ ਬਿੱਲ ਨੇ ਜਿਹੜੇ, ਇਹ ਤਾਂ ਰੱਦ ਹੋ ਹੀ ਗਏ। ਇਹਨੇ ਕਹਿ ਹੀ ਦਿੱਤਾ ਕਲੀਅਰ, ਉਹਦਾ ਲਿਖ ਕੇ ਰਿਟਰਨ ਲਿਖਤੀ ਰੂਪ 'ਚ ਲੈਣ ਇਹ ਸਾਰੇ। ਤੇ ਬੇਅਦਬੀ ਵਾਲੇ ਮਤੇ ਪਾ ਕੇ ਦੇਣ, ਕਾਨੂੰਨ ਬਣਾਉਣ ਵੀ ਉਹਨੂੰ ਫਾਂਸੀ ਦੀ ਸਜ਼ਾ ਅਸੀਂ ਦੇਵਾਂਗੇ। ਜਿਹੜਾ ਗੁਰੂ ਸਾਹਿਬ ਦੇ ਗਲੀਆਂ 'ਚ ਅੰਗ ਰੋਲਦੇ ਆ ਜਿੰਨੇ ਵੀ,
ਕੇਂਦਰ ਸਰਕਾਰ ਦਵੇ ਜਾਂ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹੋ ਤੁਸੀਂ? ਇੱਥੋਂ ਚੱਲਦੀ ਹੈ ਗੱਲ ਸਾਰੀ, ਇੱਥੋਂ ਚੱਲਦੀ ਹੈ ਨਾ ਗੱਲ, ਸੈਂਟਰ 'ਚੋਂ ਚੱਲਦੀ ਹੈ। ਪੰਜਾਬ ਸਰਕਾਰ ਤਾਂ ਹੈਗੀ ਹੈ, ਪੰਜਾਬ ਦੇ ਤਾਂ ਦੋਸ਼ੀ ਨੇ। ਹੁਣ ਕੋਈ ਉੱਪਰੋਂ ਆ ਕੇ ਕਿਸੇ ਨੇ ਥੋੜਾ ਕੀਤੀ ਹੈ ਬੇਅਦਬੀ? ਉਹ ਕਹਿਣਗੇ ਇਸ ਮਸਲੇ ਨੂੰ ਲੈ ਕੇ ਤਾਂ ਅੰਦੋਲਨ ਹੀ ਨਹੀਂ ਸੀਗਾ, ਇਹ ਗੱਲ ਕਹਿਣਗੇ, ਫਿਰ ਅੱਗੇ ਕੀ ਲੌਜੀਕ ਹੋਏਗਾ? ਕਿੱਦਾਂ? ਕਹਿਣਗੇ ਕਿ ਅੰਦੋਲਨ ਤਾਂ ਸੀਗਾ ਤੁਹਾਡਾ ਖੇਤੀਬਾੜੀ ਕਾਨੂੰਨ ਨੂੰ ਲੈ ਕੇ, ਇਸ ਮਸਲੇ ਨੂੰ ਲੈ ਕੇ ਤਾਂ ਤੁਸੀਂ ਬੈਠੇ ਨਹੀਂ ਨਾ। ਉਹਨਾਂ ਨੇ ਕਹਿਣਾ ਕਿ ਪਹਿਲਾਂ ਕੋਈ ਗੱਲਬਾਤ ਕੀਤੀ ਹੈ ਤੁਸੀਂ ਇਸ ਮਸਲੇ ਤੇ? ਸਾਡੀਆਂ ਐਪਲੀਕੇਸ਼ਨਾਂ ਲੱਗੀਆਂ ਹੋਈਆਂ, ਰਾਸ਼ਟਰਪਤੀ ਦੇ ਐਪਲੀਕੇਸ਼ਨ ਲੱਗੀ ਹੋਈ ਹੈ, ਸਾਰਿਆਂ ਨੂੰ ਲੱਗੀਆਂ ਹੋਈਆਂ ਨੇ। ਉਹ ਤਾਂ ਕਾਨੂੰਨੀ ਪੱਖ ਦੱਸੂਗਾ ਨਾ, ਉਹ ਜਿਵੇਂ ਵੀ ਆਉਣ ਵਾਲਾ ਸਮਾਂ ਦੱਸ ਦੇਣਗੇ, ਸਾਰਾ ਕਲੀਅਰ ਹੋਊਗਾ। ਕੋਈ ਅੱਗੇ ਵੇਖਦੇ ਆ, ਸਾਰਾ ਹੋ ਜਾਣਾ ਕਲੀਅਰ। ਆ ਇਸ ਮਸਲੇ ਨੂੰ ਲੈ ਕੇ ਕੋਈ ਐਪਲੀਕੇਸ਼ਨ ਪਹਿਲਾਂ ਦਿੱਤੀ ਹੈ ਤੁਸੀਂ? ਹਾਂਜੀ, ਦਿੱਤੀਆਂ ਹੋਈਆਂ ਨੇ। ਉਹ ਸਾਰੀਆਂ ਜਿਵੇਂ ਕਾਨੂੰਨੀ ਤਰੀਕਾ ਉਹਦੇ ਹਿਸਾਬ ਨਾਲ ਸਾਰਾ ਲੜਾਂਗੇ, ਕਲੀਅਰ ਕੀਤਾ ਹੋਇਆ ਪਹਿਲਾਂ। ਫਿਰ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਕਰੋਗੇ ਇਸ ਮਸਲੇ ਤੁਸੀਂ? ਕਿਸਾਨ ਆਗੂ ਤੱਕ ਕਾਨੂੰਨੀ ਲੜਾਈ ਲੜ ਰਹੇ ਨੇ ਜ਼ਮੀਨ ਦੀ। ਇਹ ਸੰਗਤ ਹੈ, ਇਹ ਸੰਗਤ ਨੇ ਫੈਸਲਾ ਕਰਨਾ ਹੈ, ਸੰਗਤ ਨੇ ਫੈਸਲਾ ਕਰਨਾ ਨਾ। ਇਸ ਕਰਕੇ ਵੀ ਜੇ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਵੀ ਸਾਡੇ ਲਈ ਖੜੋ, ਪਰ ਅਸੀਂ ਸੰਸਾਰ ਨੂੰ ਕਲੀਅਰ ਕਰਦੇ ਹਾਂ ਵੀ ਉਹ ਜਿਹੜਾ ਮਸਲਾ ਹੈ, ਇਹ ਮਤਾ ਬਿੱਲ ਅਸੀਂ ਮਤਾ ਪਵਾਉਣਾ। ਇਹ ਸਰਕਾਰ ਨੂੰ, ਉਹ ਭਾਵੇਂ ਪੰਜਾਬ ਸਰਕਾਰ ਨੂੰ ਕਹਿਣ, ਇਹ ਭਾਵੇਂ ਇੱਥੋਂ ਮਤਾ ਪਾਉਣ। ਤੁਸੀਂ ਉਨੀ ਦੇਰ ਬਾਰਡਰ ਖਾਲੀ ਨਹੀਂ ਕਰੋਗੇ ਜਿੰਨੀ ਦੇਰ ਇਹ ਮਤਾ ਨਹੀਂ ਪੈਂਦਾ, ਇਹ ਗੱਲ ਹੈ? ਇੱਥੇ ਬੈਠੇ ਆ ਤੇ ਬੈਠੇ ਰਹਾਂਗੇ। ਬਾਕੀ ਸਾਰੀਆਂ ਜਥੇਬੰਦੀਆਂ ਨਾਲ ਗੁਰਮਤਾ ਹੋਊਗਾ, ਪਰ ਪਹਿਲਾਂ ਅਸੀਂ ਇਹ ਕਲੀਅਰ ਕੀਤਾ ਹੋਇਆ। ਤੇ ਉਹ ਹਾਲੇ ਤੱਕ ਪ੍ਰਸ਼ਾਸਨ ਨੇ ਸਾਨੂੰ ਜੋ ਪਿੱਛੇ ਲਖਵੀਰ ਦਾ ਸਾਰਾ ਹੋਇਆ, ਉਹਦੀ ਕੋਈ ਹਲੇ ਸਾਨੂੰ ਇਹਨਾਂ ਨੇ ਕੋਈ ਤੱਕ ਨਹੀਂ ਹਲੇ ਜਾਂਚ ਦੇ ਕੀਤੀ। ਅਸੀਂ ਬੜਾ ਪ੍ਰਸ਼ਾਸਨ ਨੂੰ ਵੀ ਫੋਨ ਕਰਦੇ ਆ, SHO ਨੂੰ ਵੀ, ਇਹਨਾਂ ਅਫਸਰਾਂ ਨੂੰ ਵੀ ਫੋਨ ਕੀਤਾ ਸੀ ਵੀ ਇਹਦੀ ਜਾਂਚ ਕਰੋ ਕਿ ਇਹਨਾਂ ਨੇ ਉਹਨੂੰ ਭੇਜਿਆ। ਤੇ ਇਸ ਕਰਕੇ ਵੀ ਇਹ ਸਖਤ ਫੈਸਲੇ ਲੈਣੇ ਆ ਸਾਰੇ। ਹੁਣ ਸੱਚ ਝੂਠ ਦੀ ਲੜਾਈ ਹੈ। ਪ੍ਰਸ਼ਾਸਨ ਠਾਊਗਾ ਫਿਰ, ਕਿਉਂਕਿ ਜੇ ਮੋਰਚਾ ਮੰਨ ਲਓ, ਜੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ, ਜਥੇਬੰਦੀਆਂ ਕਹਿਣੀਆਂ ਕਿ ਠੀਕ ਹੈ ਵਾਪਸ ਨੂੰ ਪੰਜਾਬ ਨੂੰ ਜਾਂ ਜਿੱਥੋਂ ਆਏ ਹੋ ਵਾਪਸ ਚਾਲੇ ਪਾਓ, ਤਾਂ ਫਿਰ ਉਸ ਮਸਲੇ ਤੇ ਤੁਹਾਡਾ ਸਟੈਂਡ ਕੀ ਰਹੇਗਾ? ਫਿਰ ਦੇਖੋ, ਗੁਰਮਤਾ ਹੋਊਗਾ ਨਾ ਸਾਰੀ ਸੰਗਤ ਦੇ ਨਾਲ। ਹੁਣ ਸੰਗਤ ਇੱਕ ਵਾਰ ਤਾਂ ਇਕੱਠੀ ਹੋ ਕੇ ਨਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ, ਸਾਰਿਆਂ ਨੂੰ ਪੁੱਛਿਆ ਜਾਊਗਾ ਹੁਣ ਕਲੀਅਰ ਕਰਕੇ। ਕਿ ਵਿੱਚ ਹੁਣ ਪਤਾ ਲੱਗੂਗਾ ਨਾ ਵੀ ਕਿੰਨੇ ਤੌਰੇ ਜ਼ਮੀਨ ਕਰਕੇ ਬੈਠੇ ਆ। ਹੁਣ ਕਈਆਂ ਦੀਆਂ ਜ਼ਮੀਨਾਂ ਨਹੀਂ ਹੈਗੀਆਂ, ਉਹ ਜ਼ਮੀਰ ਕਰਕੇ ਬੈਠੇ ਆ, ਵੀ ਸੱਚ ਝੂਠ ਦੀ ਲੜਾਈ। ਅਸੀਂ ਵੀ ਸੱਚ ਝੂਠ ਦੀ ਲੜਾਈ ਨੂੰ ਬੈਠੇ ਆ ਇੱਥੇ। ਸਾਡੇ ਕੋਲੇ ਕੋਈ ਜ਼ਮੀਨ ਦਾ ਉਹ ਨਹੀਂ ਹੈਗਾ, ਪਰ ਅਸੀਂ ਸੱਚ ਝੂਠ ਦੀ ਲੜਾਈ ਦੇ ਵਿੱਚ ਇੱਕ ਸਾਥ ਦੇਣ ਨੂੰ ਬੈਠੇ ਆ। ਅੱਜ ਅਸੀਂ ਇਹ ਸੰਸਾਰ ਨੂੰ ਵੇਖਣਾ ਵੀ ਅਸੀਂ ਸਰਕਾਰ ਨੂੰ ਇੱਕ ਮੰਗ ਰੱਖੀ ਆ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਇਹਦੀਆਂ। ਮੈਂ ਜੇ ਜਾਣਨਾ ਚਾਹਾਂ ਤਾਂ ਕਿਹੜੀਆਂ ਟੋਟਲ ਤੁਹਾਡੀਆਂ ਮੰਗਾਂ ਨੇ, ਉਹ ਜ਼ਰੂਰ ਦੱਸੋ ਇੱਕ ਵਾਰ। ਸਾਡੀ ਕੋਈ ਮੰਗ ਆ ਟੋਟਲ ਨਹੀਂ ਹੈਗੀ, ਇੱਕੋ ਹੀ ਹੈ। ਉਹ ਅਸੀਂ ਪਹਿਲਾਂ ਵੀ ਸਾਰੀ ਕਲੀਅਰ ਕੀਤੀ ਹੋਈ ਆ। ਆਦਿ ਦਰਬਾਰ, ਸਰਬਲੋਕ ਦਰਬਾਰ, ਦਸਵੇਂ ਦਰਬਾਰ, ਗੀਤਾ, ਕੁਰਾਨ, ਸਮਰੱਥੀਆਂ, ਵੇਦ, ਸਾਰੇ ਧਰਮਾਂ ਤੇ ਇੱਕ ਮਤਾ ਪਾਇਆ ਜਾਵੇ ਵੀ ਜਿਹੜਾ ਇਹ ਧਾਰਮਿਕ ਗ੍ਰੰਥਾਂ ਦੀ ਕੋਈ ਬੇਅਦਬੀ ਕਰਦਾ ਹੈ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਜਾਂ ਕਿਸੇ ਦੇ ਧਰਮ ਤੇ ਇੰਤੂ ਪ੍ਰਿੰਤੂ ਕਰਦਾ, ਜੋ ਕੋਈ ਲੈ ਕੇ ਪੈਸੇ ਇੰਤੂ ਪ੍ਰਿੰਤੂ ਕਰ ਦਿੰਦਾ, ਕੋਈ ਕਿਸੇ ਵੀ ਦੇਵੀ ਦੇਵਤੇ ਤੇ ਕਰਦਾ। ਦੇਖੋ, ਜਿਹੜਾ ਕਿਸੇ ਨੂੰ ਵੀ ਮੰਨਦਾ, ਉਹਦੀ ਭਾਵਨਾ ਛੱਡਦਾ, ਉਹਦੇ ਤੱਕ ਤੁਸੀਂ ਉਹਨੂੰ ਕਹਿ ਨਹੀਂ ਸਕਦੇ। ਜਦੋਂ ਉਹਦੀ ਸੋਝੀ ਹੋਊਗੀ ਤਾਂ ਕੀ ਪਤਾ ਉਹ ਅੱਗੇ ਉਹਦਾ ਸਟੈਪ ਉਹ ਕੀ ਕਰੇ। ਪਰ ਅੱਜ ਸਾਡੇ ਜ਼ਿਆਦਾਤਰ ਜਿਹੜੀਆਂ ਲੜਾਈਆਂ ਨੇ ਉਹ ਗ੍ਰੰਥਾਂ ਨੂੰ ਲੈ ਕੇ ਹੋ ਰਹੀਆਂ ਨੇ। ਇਹ ਚੀਜ਼ ਤੋਂ ਦੂਰ ਹਟਣਾ ਇਹ ਲੋਕ ਆ। ਇਸ ਚੀਜ਼ ਤੋਂ ਦੂਰ ਹਟਣ। ਜਿਹੜੇ ਰਾਜਨੀਤੀ ਲੋਕ ਨੇ ਨਾ, ਉਹ ਆਪਣੀ ਰਾਜਨੀਤੀ ਕਰਨ, ਪਰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਕੇ ਕਰਨਾ। ਇਸ ਮਸਲੇ ਨੂੰ ਲੈ ਕੇ ਤਾਂ ਨਾ ਤਾਂ ਪ੍ਰਧਾਨ ਮੰਤਰੀ ਨੇ ਕੁਝ ਕਿਹਾ, ਨਾ ਮੈਨੂੰ ਲੱਗਦਾ ਕੋਈ ਤੁਸੀਂ ਲੈਟਰ ਜਿਹੜਾ ਪਾਇਆ ਉਸ ਤੇ ਕੋਈ ਜਵਾਬ ਆਇਆ ਕਦੇ ਤੁਹਾਨੂੰ, ਜਾਂ ਕਿਹਨੂੰ ਭੇਜਿਆ ਸੀ ਲੈਟਰ ਤੁਸੀਂ? ਦੇਖੋ, ਅਸੀਂ ਰਾਸ਼ਟਰਪਤੀ ਨੂੰ ਭੇਜੀਆਂ ਹੋਈਆਂ ਨੇ ਚਿੱਠੀਆਂ। ਉਧਰ ਸਾਰਾ ਗੁਰਮਤਾ ਹੋਊਗਾ, ਫਿਰ ਉੱਥੇ ਚੱਲ ਜਾਾਂਗੇ। ਫੌਜ ਦੇਖੋ, ਫੌਜ ਆ ਜਿਹੜੀ ਗੁਰੂ ਕੀ ਦਾ ਹੈ, ਗੁਰੂ ਸਰਕਾਰਾਂ ਦਾ ਨਹੀਂ ਹੈਗਾ। ਗੁਰੂ ਫੌਜ ਦਾ ਹੈ, ਗੁਰੂ ਸੰਗਤ ਦਾ ਹੈ। ਗੁਰੂ ਉਹਨਾਂ ਦਾ ਜਿਨ੍ਹਾਂ ਨੇ ਗੁਰੂ ਨੂੰ ਸਮਝਿਆ, ਬਾਣੀ ਨਾਲ ਸਮਝਿਆ। ਜਿਹੜੇ ਉਹ ਪ੍ਰੇਮ ਕਰਦੇ ਨੇ ਉਹ ਕਦੇ ਵੀ ਨਹੀਂ ਚਾਹਣਗੇ। ਹੁਣ ਨੌਜਵਾਨੀ ਹੁਣ ਸਿਰਫ ਇਹੀ ਕੰਮ ਨੂੰ ਰਹਿ ਜੂਗੀ, ਲੜਾਈਆਂ ਝਗੜਿਆਂ ਜੋਗੀ ਰਹਿ ਜੂਗੀ। ਇਸ ਕਰਕੇ ਵੀ ਜਿਹੜੀ ਚੀਜ਼ ਦੀ ਇਹ ਸੰਸਾਰ ਦੀ ਮੰਗ ਅੱਜ ਸਮਾਂ ਮੰਗ ਕਰਦਾ ਇਸ ਚੀਜ਼ ਦੀ। ਮੰਨ ਲਓ ਸਰਕਾਰ ਇਸ ਅੰਦੋਲਨ ਤੋਂ ਬਾਅਦ, ਅੰਦੋਲਨ ਜਦੋਂ ਖਤਮ ਹੋ ਜਾਊਗਾ, ਤੁਸੀਂ ਬੈਠੋਗੇ, ਸਰਕਾਰ ਪ੍ਰਸ਼ਾਸਨ ਠਾਉਂਦਾ, ਫਿਰ ਕੀ ਹੋਏਗਾ ਅੱਗੇ? ਪ੍ਰਸ਼ਾਸਨ ਨੇ ਸਾਰੀਆਂ ਮੰਗਾਂ ਰੱਖੀਆਂ ਹੋਈਆਂ ਨੇ, ਪ੍ਰਸ਼ਾਸਨ ਨੂੰ ਕਲੀਅਰ ਕਰਿਆ ਹੋਇਆ, ਦੁਬਾਰਾ ਫੇਰ ਕਲੀਅਰ ਕਰ ਦੇਣਾ ਇਹਨੇ।
ਮੀਡੀਆ ਰਾਹੀਂ ਕਲੀਅਰ ਕਰਾਂਗੇ ਨਾ। ਜਥੇਬੰਦੀਆਂ ਨਾਲ ਵੀ ਜਵਾਬ ਤਾਂ ਦੇਣਗੇ ਨਾ, ਝੂਠੇ ਤਾਂ ਹੋਣਗੇ ਨਾ, ਕੁਛ ਨਾ ਕੁਛ ਤਾਂ ਕਹਿਣਗੇ ਵੀ ਅਸੀਂ ਕੀ ਕਰਦੇ ਆ। ਜੇ ਉਹ ਮੁੱਕਰਨ ਤਾਂ ਸਹੀ, ਜੇ ਮੁੱਕਰ ਜਾਣਗੇ ਫਿਰ ਵੀ ਦੇਖਾਂਗੇ। ਜਵਾਬ ਤਾਂ ਦੇਵੇ ਨਾ ਪ੍ਰਸ਼ਾਸਨ। ਹੋਰ ਵੀ ਜਥੇਬੰਦੀਆਂ ਆ ਕੇ ਬੈਠੀਆਂ ਨੇ, ਨਿਹੰਗ ਸਿੰਘ ਬੈਠੇ ਨੇ, ਉਹਨਾਂ ਦੇ ਨਾਲ ਕੋਈ ਗੁਰਮਤਾ ਕੋਈ ਇਸ ਤਰ੍ਹਾਂ ਦੀ ਵਿਚਾਰ ਚਰਚਾ ਮਤਲਬ ਹੁਣ ਤੱਕ ਹੋਈ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਆਉਣ ਵਾਲੇ ਦਿਨਾਂ 'ਚ ਕਰਾਂਗੇ? ਨਹੀਂ, ਬਾਬਾ ਰਾਜ ਸਿੰਘ ਜੀ ਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਹੈ ਕਿ ਪਿੱਛੇ ਸਾਰਿਆਂ ਨੇ ਕਲੀਅਰ ਕੀਤਾ ਹੋਇਆ ਵੀ ਅਸੀਂ ਉਹਨਾਂ ਚਿਰ ਗ੍ਰਿਫਤਾਰੀ ਕਿਉਂ ਸਾਡਾ 302 ਦੇ ਪਰਚੇ 'ਚ ਇਹਨਾਂ ਨੇ ਨਾਮ ਪਾਤਾ। ਇਸ ਕਰਕੇ ਵੀ ਅਸੀਂ ਸੰਸਾਰ ਨੂੰ ਕਲੀਅਰ ਕਰਨਾ ਚਾਹੁੰਦੇ ਆ ਵੀ ਅੱਜ ਸੱਚ ਝੂਠ ਦੀ ਲੜਾਈ ਹੈ। ਪੰਜਾਬ 'ਚ ਲੜਾਈਆਂ ਨੇ ਜਿਹੜੀਆਂ ਉਹ ਹਮੇਸ਼ਾ ਗ੍ਰੰਥਾਂ ਨੂੰ ਹੋਰ ਲੈ ਕੇ ਹੋ ਰਹੀਆਂ ਨੇ। ਰਾਜਨੀਤੀ ਇੱਕ ਕੁਰਸੀ ਦੇ ਪਿੱਛੇ ਕਿੰਨਾ ਕੁਝ ਕਰਾ ਰਹੀਆਂ ਨੇ। ਇਸ ਕਰਕੇ ਵੀ ਇਸ ਚੀਜ਼ ਤੋਂ ਪੰਜਾਬ ਨੂੰ ਦੂਰ ਕੀਤਾ ਜਾਵੇ। ਇਸ ਚੀਜ਼ ਤੇ ਨੱਥ ਪਾਉਣੀ ਚਾਹੀਦੀ ਆ ਸਰਕਾਰ ਨੂੰ। ਬਣਦਾ ਕਾਨੂੰਨ ਬਣਾ ਦੇ। ਅਸੀਂ ਕਿਉਂ ਹਿੰਸਾ ਕਰਾਂਗੇ? ਫਿਰ ਲੋਕ ਕਹਿੰਦੇ ਨਿੰਗਾ ਸਿੰਘਾਂ ਦੇ ਇੰਦੂ ਬਰਿੰਦੂ ਕਰਦੇ ਆ ਵੀ ਇਹ ਹਿੰਸਾ ਕਰਦੇ ਆ, ਜਹ ਕਿਰਪਾਨਾਂ ਕੱਢਦੇ ਆ। ਇਸ ਕਰਕੇ ਵੀ ਸਰਕਾਰ ਕਾਨੂੰਨ ਏਦਾਂ ਦਾ ਬਣਾ ਦੇ ਜਿਹਨੂੰ ਕਾਨੂੰਨ ਜਿੰਨੀ ਦੇਰ ਬਣਦਾ ਨਹੀਂ ਕਾਨੂੰਨ ਉਨੀ ਦੇਰ ਮੋਰਚੇ ਇੱਥੇ ਲੱਗੇ ਰਹਿਣਗੇ, ਤੰਬੂ ਇੱਥੇ ਗੱਡੇ ਰਹਿਣਗੇ ਸਿੰਘੂ ਬਾਰਡਰ ਤੇ। ਦੇਖੋ ਜੀ, ਅਸੀਂ ਤਾਂ ਉਰੇ ਬੈਠੇ ਆ ਤੇ ਬੈਠੇ ਰਵਾਂਗੇ। ਰਹੀ ਗੱਲ ਸਾਰੀ ਸੰਗਤ ਦੇ ਨਾਲ ਮੋਰਚਾ ਹੋਊਗਾ, ਜਿਵੇਂ ਵੀ ਸੰਗਤ ਕਹੂਗੀ, ਸੰਗਤ ਦੇ ਨਾਲ ਹੀ ਆ ਸਾਰਾ ਕੁਝ। ਹੁਣ ਤੱਕ ਸੰਗਤ ਨੇ ਵੀ ਸੰਯੁਕਤ ਆ, ਪਰ ਸੰਗਤ ਦੇ ਨਾਲ ਹੈ। ਜਿਵੇਂ ਵੀ ਹੋਊਗਾ ਉਹ ਆਉਣ ਵਾਲੇ ਸਮੇਂ 'ਚ ਕਲੀਅਰ ਕਰ ਦਾਂਗੇ। ਪਰ ਇੰਨਾ ਜ਼ਰੂਰ ਹੈ ਵੀ ਸਾਰੀ ਸੰਗਤ ਨੂੰ ਇਹੀ ਭਾਈ ਬੇਨਤੀ ਹੈ ਵੀ ਚੜ੍ਹਦੀ ਕਲਾ 'ਚ ਰਹਿਣਾ, ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਜੋ ਅੱਜ ਸਾਰੀ ਸੰਗਤ ਨੂੰ ਖੁਸ਼ੀ ਪ੍ਰਾਪਤ, ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਬਾ ਅਮਨ ਸਿੰਘ ਹੁਣੀ ਨੇ ਔਰ ਇੱਥੇ ਬੈਠੇ ਨੇ, ਲੰਬੇ ਸਮੇਂ ਤੋਂ ਮੋਰਚਾ ਇਹਨਾਂ ਦਾ ਲੱਗਿਆ। ਪਿਛਲੇ ਬੰਨੇ ਜਗਜੀਤ ਇੱਕ ਵਾਰ ਦਿਖਾ ਦਿਓ ਤੁਸੀਂ, ਕੰਡੀਲੀ ਤਾਰ ਲਾਈ ਹੋਈ, ਕੰਡਿਆਲੀ ਤਾਰ ਲਾਈ ਹੋਈ ਹੈ ਔਰ ਵੱਡੇ ਵੱਡੇ ਕੰਟੇਨਰ ਜੋ ਨੇ ਪ੍ਰਸ਼ਾਸਨ ਵੱਲੋਂ ਇੱਥੇ ਲਾਏ ਗਏ ਸੀ। ਸੱਜੇ ਬੰਨੇ ਵੀ ਦੇਖੋਗੇ ਤੁਸੀਂ। ਔਰ ਇੱਥੋਂ ਇਸ ਬੋਰਡ ਤੋਂ ਬਾਅਦ ਦਿੱਲੀ ਸ਼ੁਰੂ ਹੋ ਜਾਂਦੀ ਹੈ ਅੱਗੇ, ਇਸ ਬੋਰਡ ਤੋਂ ਬਾਅਦ ਅੱਗੇ ਦਿੱਲੀ ਸ਼ੁਰੂ ਹੋ ਜਾਂਦੀ ਹੈ। ਉੱਥੇ ਫੌਜ ਵੀ ਬੈਠੀ ਹੈ ਔਰ ਪ੍ਰਸ਼ਾਸਨ ਦੇ ਅਫਸਰ ਵੀ ਬੈਠੇ ਨੇ ਔਰ ਪੁਲਿਸ ਦੇ ਅਧਿਕਾਰੀ ਵੀ ਬੈਠੇ ਨੇ। ਔਰ ਸੱਜੇ ਬੰਨੇ ਨਿਹੰਗ ਸਿੰਘਾਂ ਦੇ ਘੋੜੇ ਖੜੇ ਨੇ ਇੱਥੇ, ਜਿਹੜੇ ਬੈਰੀਕੇਡ ਲਾਏ ਸੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ, ਉਹਨਾਂ ਦੇ ਨਾਲ ਹੀ ਇਹਨਾਂ ਨੇ ਘੋੜੇ ਬੰਨੇ। ਲੰਬੇ ਸਮੇਂ ਤੋਂ ਜਦੋਂ ਦਾ ਅੰਦੋਲਨ ਇੱਥੇ ਸ਼ੁਰੂ ਹੋਇਆ ਉਦੋਂ ਤੋਂ ਇਹੋ ਜਿਹਾ ਹੀ ਮਾਹੌਲ ਹੈ। ਪਰ ਇਹ ਸਾਫ਼ ਤੌਰ ਤੇ ਗੱਲ ਕਹਿ ਰਹੇ ਨੇ, ਹੁਣ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬਾਕੀ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਵੀ ਰਾਏ ਮਸ਼ਵਰਾ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਅੱਗੇ ਡਿਸੀਜਨ ਲਿਆ ਜਾਏਗਾ ਕਿ ਕਰਨਾ ਕੀ ਹੈ। ਪਰ ਫਿਲਹਾਲ ਇਹ ਕਹਿ ਰਹੇ ਨੇ ਕਿ ਖੇਤੀਬਾੜੀ ਕਾਨੂੰਨ ਤਾਂ ਰੱਦ ਕਰਨ ਦੀ ਗੱਲ ਕਹਿਤੀ ਪ੍ਰਧਾਨ ਮੰਤਰੀ ਹੁਣਾਂ ਨੇ, ਪਰ ਜੋ ਬੇਅਦਬੀ ਮਸਲੇ ਤੇ ਵੀ ਕਾਨੂੰਨ ਬਣਾਇਆ ਜਾਵੇ, ਨਹੀਂ ਤਾਂ ਫਿਰ ਕਹਿੰਦੇ ਕਿ ਇਸ ਤਾਂ ਬੈਠੇ ਹੀ ਆ, ਸਾਡਾ ਮੋਰਚਾ ਜਾਰੀ ਰਹੇਗਾ। ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।